ਡੰਡੌਤ ਬੰਦਨ ਅਨਕ ਬਾਰ। ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਘਰ ਹੱਥ ਗਿਆਨ ਅੰਜਨ ਗੁਰ ਦਿਆ। ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪਰਗਾਸ ਯਾਹੀ ਕੁਲ ਤੇ ਪ੍ਰਗਟ ਹੋਏ। ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ। ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਬਾਬਾ ਬੁੱਢਾ ਜੀ ਨੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਹੜੇ ਸਾਹਿਬਜ਼ਾਦੇ ਨੇ ਤੁਹਾਡੇ ਘਰ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ ਹੈ, ਕਿਰਪਾ ਕਰਕੇ ਮੈਨੂੰ ਉਸ ਦਾ ਦਰਸ਼ਨ ਕਰਾਓ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ। ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਸ੍ਰੀ ਅਰਜਨ ਕਹਿਤਾ ਇਹ ਹਕਾਰੀ। ਲੇਹੁ ਬ੍ਰਿਧ ਕੋ ਸੰਗ ਸਿਧਾਰ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਾਈ ਨੂੰ ਬੁਲਾਇਆ ਹੈ ਔਰ ਸਤਿਗੁਰਾਂ ਨੇ ਦਾਈ ਨੂੰ ਹੁਕਮ ਕੀਤਾ ਕਿ ਬਾਬਾ ਬੁੱਢਾ ਜੀ ਨੂੰ ਤੁਸੀਂ ਨਾਲ ਲੈ ਕੇ ਚਲੇ ਜਾਓ। ਅੰਤਰ ਸਦਨ ਦਿਖਾਵੋ ਬਾਰਿਕ। ਗੁਰ ਨਾਨਕ ਕੋ ਨਾਮ ਉਚਾਰ। ਸਤਿਗੁਰਾਂ ਨੇ ਬਚਨ ਕੀਤਾ ਹੈ ਕਿ ਬਾਬਾ ਜੀ ਨੂੰ ਅੰਦਰ ਲਿਜਾ ਕੇ ਬਾਲਕ ਦਾ ਦਰਸ਼ਨ ਕਰਾ ਦਿਓ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਪਹਿਲਾਂ ਉਚਾਰਨ ਕਰਿਓ। ਅਪਰ ਨ ਡਰ ਕਰੀਐ ਹਰ ਖਾਵੋ। ਰਛਕ ਜਿਸ ਕੇ ਸਿਰ ਕਰ ਤਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਗੱਲ ਆਖੀ ਹੈ ਕਿ ਕਿਸੇ ਵੀ ਪ੍ਰਕਾਰ ਦਾ ਕੋਈ ਡਰ ਮਨ ਦੇ ਅੰਦਰ ਧਾਰਨ ਨਹੀਂ ਕਰਨਾ। ਹਰ ਇੱਕ ਪ੍ਰਕਾਰ ਦੇ ਨਾਲ ਖੁਸ਼ ਰਹਿਣਾ ਹੈ। ਰਛਕ ਜਿਸ ਕੇ ਸਿਰ ਕਰਤਾਰ। ਉਸ ਬਾਲਕ ਦਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ, ਜਿਹਦੀ ਰੱਖਿਆ ਸਵੈਮ ਪਰਮੇਸ਼ਰ ਕਰਦਾ ਹੈ। ਜਿਵੇਂ ਔਰ ਕਾਂਖ ਮੁਖ ਤੇ ਪਾਖ ਹੈ। ਰਹੋ ਇਸ ਆਗਿਆ ਕੇ ਅਨੁਸਾਰ। ਹੁਣ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਕਰਕੇ ਇਹਨਾਂ ਗੱਲਾਂ ਨੂੰ ਕਹਿ ਰਹੇ ਨੇ ਕਿ ਕਿਸੇ ਪ੍ਰਕਾਰ ਦਾ ਡਰ ਧਾਰਨ ਨਹੀਂ ਕਰਨਾ, ਕਿਸੇ ਪ੍ਰਕਾਰ ਦੀ ਸ਼ੰਕਾ ਨਹੀਂ ਕਰਨੀ, ਬਾਲਕ ਨੂੰ ਕੁਝ ਨਹੀਂ ਹੋਵੇਗਾ। ਕਿਉਂਕਿ ਆਮ ਤੌਰ ਤੇ ਐਸੇ ਸਮੇਂ ਦੇ ਉੱਤੇ ਬੱਚਾ ਛੋਟਾ ਹੁੰਦਾ ਹੈ ਤੇ ਆਮ ਜਾਣੇ ਦੇ ਸਾਹਮਣੇ ਉਸ ਨੂੰ ਲਿਜਾਇਆ ਨਹੀਂ ਜਾਂਦਾ। ਕਈ ਪ੍ਰਕਾਰ ਦੇ ਵਹਿਮ ਭਰਮ ਕੀਤੇ ਜਾਂਦੇ ਨੇ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹੁਣ ਇਸ ਕਰਕੇ ਕਹਿ ਰਹੇ ਨੇ ਕਿ ਬਾਬਾ ਬੁੱਢਾ ਜੀ ਨੂੰ ਨਾਲ ਅੰਦਰ ਲੈ ਜਾਣਾ ਹੈ, ਕਿਸੇ ਡਰ ਨੂੰ ਧਾਰਨ ਨਹੀਂ ਕਰਨਾ। ਜਿਵੇਂ ਔਰ ਕਾਂਖ ਮੁਖ ਤੇ ਭਾਖ ਰਹੋ ਇਸ ਆਗਿਆ ਕੇ ਅਨੁਸਾਰ। ਇਸ ਤੋਂ ਇਲਾਵਾ ਗੁਰੂ ਜੀ ਨੇ ਇਹ ਵੀ ਬਚਨ ਕੀਤਾ ਹੈ ਕਿ ਜਿਵੇਂ ਬਾਬਾ ਬੁੱਢਾ ਜੀ ਦੀ ਆਸ਼ਾ ਹੋਵੇਗੀ ਉਸੇ ਤਰ੍ਹਾਂ ਕਰਿਓ। ਜਿਸ ਤਰ੍ਹਾਂ ਇਹ ਹੁਕਮ ਕਰਨਗੇ ਇਹਨਾਂ ਦੀ ਆਗਿਆ ਦੇ ਅਨੁਸਾਰ ਹੋ ਕੇ ਜੋ ਇਹ ਕਹਿਣਗੇ ਸੋ ਹੀ ਕਰਨਾ। ਸੁਣ ਬਿਰਧ ਕੋਲੇ ਸੰਗ ਸਿਧਾਰੀ। ਆਜਰ ਬਿਠਾਇਓ ਆਸਣ ਡਾਰ। ਸਤਿਗੁਰਾਂ ਦੇ ਬਚਨ ਨੂੰ ਸੁਣ ਕੇ ਦਾਈ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਅੰਦਰ ਚਲੀ ਗਈ ਹੈ। ਵਿਹੜੇ ਦੇ ਵਿੱਚ ਸੋਹਣਾ ਆਸਣ ਵਿਛਾ ਕੇ ਬਾਬਾ ਜੀ ਨੂੰ ਉਸ ਦੇ ਉੱਤੇ ਬਿਠਾ ਦਿੱਤਾ ਗਿਆ। ਗੰਗਾ ਕੋ ਗੁਰ ਹੁਕਮ ਸੁਨਾਇਓ। ਹਰਖਤ ਹੋਏ ਕਰ ਲਿਓ ਕਰ ਤਾਰ। ਅੰਦਰ ਜਾ ਕੇ ਮਾਤਾ ਗੰਗਾ ਜੀ ਨੂੰ
सतगुਰਾਂ ने जिहड़ा हुक्म दिता सी वो सुना दिता है कि बाबा बुढ़ा जी साहिबजादे दा दर्शन करना चाहुंदे ने, वो बाहर बैठे ने। उसे वेले बड़ी खुशी नूं धारण करके माता गंगा ने वो जिहड़ा अपना बालक सी ना उहनूं अपने हत्थां दे उत्ते रख लिया। बालक तिन को मैं नित दासी, कहें सो करो बहीन विचार। दाई नूं माता गंगा जी कहंदे ने कि बालक ते मानो कि बाबा बुढ़ा जी दा ही है, मैं ते उन्हां दी दासी हां। कहंदी है कि जिवें वो कहंदे ने उसे तरह करो, किसे भी मानो के विचार नूं धारण ना करो। जाओ बालक नूं नाल लैके बाबा बुढ़ा जी नूं दर्शन करवा दे। बुढ़े साहिब को हम ते प्रिय, दर्शन निज करना फल चार। माता गंगा जी कहंदे ने कि ये जरा साडा बालक है, ये मानो कि साडे तो भी ज्यादा बाबा बुढ़ा जी नूं प्यारा है। दर्शन निज करना फल चार, मानो कि अपनी कृपा दा जिहड़ा श्रेष्ठ फल है ना ये उन्होंने सानू प्रदान किया है। क्योंकि तुसीं इतिहास दे विच सुन चुके हो कि बाबा बुढ़ा जी ने माता गंगा जी नूं वरदान दिता सी ते उसे फल स्वरूप बालक ने जन्म लिया। माता गंगा जी कहंदे ने कि साडे तो भी ज्यादा प्यारा ये बालक बाबा बुढ़ा जी नूं है और उन्होंने मानो कि अपनी कृपा दा फल सानू प्रदान किया है। हाथन पर थित कर सुंदर सिस, घर के दर लो ल्याई ताए। हत्थां दे उत्ते उस सुंदर बालक नूं चुक के जिहड़ी दाई है उस कमरे दे विचों बाहर आई है जिथे के माता गंगा जी विराजमान सन। देखत उठ्यो त्याग बृद आसन, दीर्घ दर्शन दिख हर खाए। देखदियां सार ही बाबा बुढ़ा जी ने अपने आसन नूं छड्डिया है, उठ के खड़े हो गए ने ते साहिबजादे दा दर्शन कीता है। कवि जी कहंदे ने दीर्घ दर्शन दिख हर खाए, मानो के श्रेष्ठ भाव लम्मी डील डौल वाला वो बालक है। देख के बाबा जी बड़े खुश हुए। लाल मृदल पद मनो को कनद, उर्द उठावत जन दिख राए। किस तरह दी बालक दी शरीरक अवस्था है उसका जिक्र करते ने कवि संतोख सिंह जी। कहते ने कि बड़े कोमल ते लाल रंग दे उस बालक दे चरण ने मानो इस तरह लगता है कि जिवें कमल दा कूला जिहा फुल होवे जिहड़ा के पानी तो उपर दिख रहा हो। अंग बिलंद सकल शुभ लक्षण, माछ आकार रेख कर पाए। कवि जी लिखते ने कि बालक दे अंग बड़े वड्डे वड्डे ने, सकल शुभ लक्षण सारे दे सारे जिहड़े लक्षण ने वो चंगे ने। माछ आकार रेख कर पाए कहण तो भावे है कि हथ ते पैर दे विच मच्छ दे आकार दी एक रेखा है। रेख छतर की दाहन कर में, चमर रेख शोभत है बाम। दाहने हथ दे विच सज्जे हथ दे विच बालक दे छतर दी रेखा है और इस तो इलावा चमर रेख शोभत है बाम और खब्बे हथ दे विच चौर दी रेखा शोभदी। नख गण रखत सुमिल सब अंगुरी, व्रतलाकार बदन है बाम। सारे दे सारे जिहड़े नौ ने वो मानो के लाल रंग दे ने, उंगलियां बड़ियां सुंदर ने, व्रतलाकार बदन है बाम और इस तो इलावा गोल आकार दा सुंदर चेहरा है। रुचिर चिकर में चक लग चिकवन, बड़े बिलोचन बरनी बाम। इस तो इलावा सोहने काले छोटे ते चिकने ते कुंगराले उन्हां दे वाल ने। बड़े बिलोचन बरनी बाम इस तो इलावा वड्डियां वड्डियां मोटियां मोटियां अखां ने। बरनी बाम और जिहड़ियां अखां दियां चिमणियां ने वो बड़ियां टेढ़ियां।
बालक बपू विराजत सिर प्रभ बरनत बाणी ब्रह्मा बाम। ग्रंथाकार भाई संतोख ਸਿੰਘ जी लिखते ने कि मानो बालक का शरीर धारण किया है भगवान ने और विराजे हुए ने और इस मानो के बालक रूप भगवान दे सरस्वती ब्रह्मा ते शिव जी महिमा दा गान करते हैं। बंधन कर दर से गुरु वृद्ध के बदियो आनंद सबन सुनावत नाम कह शुभ श्री हर गोबिंद। कवि जी लिखते ने कि बाबा बुढ़ा जी ने सतगुरु हरगोबिंद सच्चे पातशाह जी ਜਿਹੜੇ ਕਿ ਬਾਲਕ ਦੇ ਸਰੂਪ ਦੇ ਵਿੱਚ ਨੇ ਉਹਨਾਂ ਨੂੰ ਨਮਸਕਾਰ ਕੀਤੀ ਹੈ ਔਰ ਬਾਬਾ ਜੀ ਦੇ ਮਨ ਦੇ ਵਿੱਚ ਬੜਾ ਹੀ ਆਨੰਦ ਪੈਦਾ ਹੋਇਆ। ਉਸ ਵੇਲੇ ਬਾਬਾ ਬੁੱਢਾ ਜੀ ਨੇ ਸਾਰਿਆਂ ਨੂੰ ਸੁਣਾ ਕੇ ਉਸ ਬਾਲਕ ਦਾ ਨਾਮ ਹਰਗੋਬਿੰਦ ਰੱਖਿਆ। गोरे अर्जन टिग आयक आयस ले हर खाए निज थल गमन्यो बीड़ को सतनाम लिव लाए। इस तो बाद बाबा बुढ़ा जी सतगुरु अर्जन देव सच्चे पातशाह जी दे कोल पहुंचे ने। उन्हां तो जाण दी आग्या लई है खुशी दे नाल। निज बल गमन्यो भीड़ को सतनाम लिवलाए। इस तो बाद मानो के अपनी जगह भीड़ दे वल वापस बाबा बुढ़ा जी परत गए ने सच्चे नाम दे नाल अपनी सुरती नू जोड़ के। इस जगह दे उत्ते कवि जी अपने इस अध्याय दी समाप्ति करके नवे अगले अध्याय दा प्रारंभ करदे ने एक दोहरे दे नाल। निकट निकट जे ग्राम है सवन सुनी सुध कान मंगत गण संगत तबै देत वधाई आन। ग्रंथाकार भाई संतोख ਸਿੰਘ जी लिखते ने कि नेड़े नेड़े जिन्ने भी पिंड ने उन्हां सारियां पिंडां दे विच ਇਹ खबर फैल गई है कि सतगुरु अर्जन देव सच्चे पातशाह जी दे घर दे विच साहिबजादे ने जन्म लिया है। मंगल गण संगत तबै देत बधाई आन। मंगण वाले लोग ते सारी दी सारी जिहड़ी संगत है वो आण आण के सतगुरु सच्चे पातशाह जी नूं ਵਧਾਈਆਂ दे रहे ने। इस तरीके दे नाल उस वेले वापरिया। साहिब ज़ादे दा सुनिया प्रगट होना सिखां खुशियां बहुत मनाइयां जी। तोहफे नजरां लैके कई चीजां दूर दूर तो संगतां आईयां जी। साहिबजादे दा रूप अनूप सोना वेख माता नू देण वधाइयां जी। एक पृथ्वीए बिना करतार सिंगा सर बंदियां लालियां छाइयां जी। हुण करतार सिंह जी कलास वाली लिखदे ने कि संगतां भी खुश ने माता गंगा जी भी खुशी दे विच ने। कहंदे ने सारियां संगतां तो इलावा मानो कि पृथ्वी एक ऐसा है कि जिन्हों रता भी इस गल दी खुशी नहीं होई कि मेरे भरा दे घर दे विच पुत्र जन्मिया है। पृथ्वी दुखी है, बाकी सारे दे सारे बड़े खुश ने। नाचै हीज गाए सुख राचै जाचै तन माचै निज खेल। ग्रंथाकार भाई संतोख ਸਿੰਘ जी लिखते ने कि बड़ियां खुशियां मनाइयां जा रही ने। जेड़े हीजड़े ने जेड़े खुसरे ने वो तरह तरह दा नाच दिखा रहे ने। सारे दे सारे सुखां दे विच रचे हुए ने। जेड़े मंगते ने वो आण आण के धन दी मंग करदे ने। इस तरीके दे नाल सारा कुछ हो रहा है। ढोलक टलका घुंगरू ताली ताल मिलाए भवाली मेल। इस तो इलावा ढोल वज रहे ने, टलियां ते घुंगरां दी छणकार पै रही है। इस तो इलावा जेड़े भंड ने वो तालियां मार मार के इस तरह भुआंटनियां दे के नच रहे ने। होत प्रसन्न हेर गोरे अर्जन मन बांछत धन पाए सो जाए। उन्हां सारियां दा नाच देख के सतगुरु अर्जन देव सच्चे पातशाह जी बड़े प्रसन्न होए ते सतगुरु अर्जन देव सच्चे पातशाह जी ने
ਮਾਨੋ ਕਿ ਉਹਨਾਂ ਦੇ ਮੂੰਹ ਮੰਗਿਆ ਧਨ ਉਹਨਾਂ ਨੂੰ ਇਨਾਮ ਦੇ ਰੂਪ ਦੇ ਵਿੱਚ ਦਿੱਤਾ। ਇਤਿਆਦਿਕ ਉਤਸਵ ਅਤ ਬਰਦਤ ਸੇਵਕ ਸਿੱਖ ਰਹੇ ਹਰ ਖਾਏ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦਾ ਬਹੁਤ ਵੱਡਾ ਉਤਸਵ ਜਿਹੜਾ ਹੈ ਉਹ ਸਤਿਗੁਰਾਂ ਦੇ ਘਰ ਦੇ ਵਿੱਚ ਹੋ ਰਿਹਾ ਹੈ। ਸਾਰੇ ਦੇ ਸਾਰੇ ਸਿੱਖ ਤੇ ਸੇਵਕ ਬੜੇ ਖੁਸ਼ੀ ਦੇ ਵਿੱਚ ਨੇ। ਜਿਤ ਕਿਤ ਪੂਰਨ ਮੋਦ ਮਹਾਚਿਤ ਗਾਏ ਸ਼ਬਦ ਪਦ ਗੁਰੂ ਮਨਾਏ। ਮਾਨੋ ਕਿ ਜਿੱਥੇ ਕਿਥੇ ਮੋਦ ਹੀ ਮੋਦ ਹੈ, ਖੁਸ਼ੀ ਹੀ ਖੁਸ਼ੀ ਹੈ, ਚਿੱਤ ਨੂੰ ਲਾ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਵੀ ਗਾਇਆ ਜਾ ਰਿਹਾ। ਬਹੁ ਨਰ ਨਾਰ ਸ਼ਿੰਗਾਰ ਤਾਰ ਕਰ ਮਿਲੇ ਵਡਾਲੀ ਮੈਂ ਸਮੁਦਾਏ। ਬਹੁਤੇ ਸਾਰੇ ਇਸਤਰੀਆਂ ਪੁਰਸ਼ ਸ਼ਿੰਗਾਰ ਨੂੰ ਧਾਰਨ ਕਰ ਕਰਕੇ ਵਡਾਲੀ ਦੇ ਵਿੱਚ ਸਤਿਗੁਰਾਂ ਦੇ ਘਰ ਦੇ ਵਿੱਚ ਪਹੁੰਚੇ। ਗ੍ਰਾਮ ਅਲਪ ਉਤਸਵ ਅਤ ਬਰਤਿਓ ਚਹੁ ਕੋਦ ਬਹੁ ਮੋਦ ਬਿਥਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਿੰਡ ਤੇ ਬੜਾ ਛੋਟਾ ਜਿਹਾ ਹੈ, ਪਰ ਉਸ ਛੋਟੇ ਜਿਹੇ ਪਿੰਡ ਦੇ ਵਿੱਚ ਜਿਹੜਾ ਉਤਸਵ ਹੈ ਉਹ ਬਹੁਤ ਹੀ ਵੱਡਾ ਹੋ ਰਿਹਾ ਹੈ। ਮਾਨੋ ਕਿ ਚਾਰ ਸਫੇਰੇ ਖੁਸ਼ੀਆਂ ਦਾ ਪਸਾਰਾ ਹੀ ਪਸਰਿਆ ਹੋਇਆ। ਗਾਮ ਨਗਰ ਮੈਂ ਸੁਣ ਸਿੱਖ ਸੇਵਕ ਮਿਲ ਮਿਲ ਕਰੇ ਮੰਗਲਾਚਾਰ। ਕਵੀ ਜੀ ਕਹਿੰਦੇ ਨੇ ਜਿੱਥੇ ਵੀ ਕਿਸੇ ਪਿੰਡ ਦੇ ਵਿੱਚ, ਜਿੱਥੇ ਵੀ ਕਿਸੇ ਨਗਰ ਦੇ ਵਿੱਚ ਇਹ ਖਬਰ ਪਹੁੰਚੀ ਹੈ, ਉੱਥੋਂ ਦੇ ਸੇਵਕਾਂ ਨੇ ਸੁਣ ਕੇ ਮਿਲ ਮਿਲ ਕੇ ਖੁਸ਼ੀਆਂ ਦੇ ਨਾਲ ਮੰਗਲਾਚਾਰ ਕੀਤਾ। ਪ੍ਰਿਥੀਏ ਕੀ ਦਾਸੀ ਸੁਣ ਤਾਈ ਕੀਨਸ ਕਰਮੋ ਨਿਕਟ ਉਚਾਰ। ਜਿਹੜੀ ਪ੍ਰਿਥੀ ਦੀ ਦਾਸੀ ਸੀ ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਦੌੜੀ ਹੈ ਔਰ ਉਸਨੇ ਜਾ ਕੇ ਕਰਮੋਂ ਨੂੰ ਇਹ ਖਬਰ ਸੁਣਾਈ ਹੈ। ਗੋਰੇ ਅਰਜਨ ਕੇ ਜਨਮਿਓ ਨੰਦਨ ਜਹ ਕਹਿ ਹੋਏ ਰਹਿਓ ਜੈਕਾਰ। ਪ੍ਰਿਥੀ ਦੀ ਦਾਸੀ ਪ੍ਰਿਥੀ ਦੀ ਘਰਵਾਲੀ ਕਰਮੋਂ ਨੂੰ ਜਾ ਕੇ ਦੱਸਦੀ ਹੈ ਕਿ ਗੁਰੂ ਅਰਜਨ ਦੇ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ ਔਰ ਕਹਿੰਦੀ ਹੈ ਕਿ ਜਿੱਥੇ ਕਿਥੇ ਬਹੁਤ ਹੀ ਜ਼ਿਆਦਾ ਜੈ ਜੈਕਾਰ ਹੋ ਰਹੀ। ਗੁਰ ਕੇ ਕਬਹੀ ਨ ਰੋਕ ਜੇ ਕੀਨ ਬਿਲੋਕਣ ਸੋ ਕਹਿ ਬੈਨ। ਦਾਸੀ ਕਹਿੰਦੀ ਹੈ ਕਿ ਗੁਰੂ ਦੇ ਘਰ ਜਿਨ੍ਹਾਂ ਬਿਨਾਂ ਰੋਕ ਤੋਂ ਬਾਲਕ ਨੂੰ ਦੇਖਿਆ ਹੈ ਸੋ ਇਸ ਤਰੀਕੇ ਦੇ ਨਾਲ ਬਚਨ ਕਹਿੰਦੇ ਨੇ। ਮੰਦਰ ਕੇ ਅੰਦਰ ਸਿਸ ਸੁੰਦਰ ਦੇਖਤ ਰਹੀ ਨਾ ਤ੍ਰਿਪਤੇ ਨੈਣ। ਜਿਹੜੇ ਵੇਖਣ ਵਾਲੇ ਨੇ ਉਹ ਕਹਿੰਦੇ ਨੇ ਕਿ ਮੰਦਰ ਦੇ ਅੰਦਰ, ਉਹਨਾਂ ਦੇ ਘਰ ਦੇ ਅੰਦਰ ਇੱਕ ਸੁੰਦਰ ਬਾਲਕ ਹੈ। ਦੇਖਤ ਰਹੀ ਨਾ ਤ੍ਰਿਪਤੇ ਨੈਣ, ਮਾਨੋ ਕਿ ਉਹ ਬਾਲਕ ਇੰਨਾ ਸੁੰਦਰ ਹੈ ਜਿਹਨੂੰ ਵੇਖ ਵੇਖ ਕੇ ਅੱਖਾਂ ਰੱਜਦੀਆਂ ਨੇ। ਅਦਕ ਸਰਾਹਤ ਹਿਰਦੈ ਮਾਹਤ ਚਾਹਤ ਚਿਤ ਹਿਤ ਤੇ ਵਿਚਰੈ ਨਾ। ਜਿੰਨੇ ਵੀ ਵੇਖਿਆ ਹੈ ਉਹਨੇ ਮਾਨੋ ਕਿ ਸ਼ਲਾਘਾ ਹੀ ਕੀਤੀ ਹੈ। ਹਿਰਦੇ ਦੇ ਵਿੱਚ ਬੜਾ ਉਮਾ ਪੈਦਾ ਹੋਇਆ। ਚਾਹਤ ਚਿਤ ਹਿਤ ਤੇ ਵਿਚਰੈਣਾ, ਸਾਰਿਆਂ ਨੇ ਇਹੀ ਗੱਲ ਕੀਤੀ ਹੈ ਕਿ ਬਾਲਕ ਨੂੰ ਦੇਖ ਕੇ ਇਹ ਜੀ ਨਹੀਂ ਕਰਦਾ ਕਿ ਉਹਦੇ ਤੋਂ ਦੂਰ ਜਾਈਏ। ਮਾਨੋ ਕਿ ਬਾਲਕ ਨੂੰ ਦੇਖਿਆ ਅੱਖਾਂ ਨਹੀਂ ਰੱਜਦੀਆਂ, ਆਦਮੀ ਤ੍ਰਿਪਤ ਹੋ ਕੇ ਉੱਥੋਂ ਉੱਠਣਾ ਨਹੀਂ ਚਾਹੁੰਦਾ। ਹੋਤ ਆਨੰਦ ਬਿਲੰਦ ਵਡਾਲੀ ਦੇਣ ਲੈਣ ਬਹੁ ਹੈ ਤਿਨ। ਕਰਮੋਂ ਨੂੰ ਦਾਸੀ ਨੇ ਦੱਸਿਆ ਕਿ ਬੜੀਆਂ ਵੱਡੀਆਂ ਖੁਸ਼ੀਆਂ ਵਡਾਲੀ ਪਿੰਡ ਦੇ ਵਿੱਚ ਮਨਾਈਆਂ ਜਾ ਰਹੀਆਂ ਨੇ। ਦੇਣ ਲੈਣ ਬਹੁ ਹੈ ਤਿਨ ਐਨ, ਉਹਨਾਂ ਦੇ ਘਰ ਦੇ ਵਿੱਚ ਦੇਣ ਲੈਣ ਦਾ ਬਹੁਤ ਸਾਰਾ ਕੰਮ ਚੱਲ ਰਿਹਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਲੋਕ ਆਣ ਕੇ ਵਧਾਈਆਂ ਦਿੰਦੇ ਨੇ ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਾਨੋ ਕਿ ਦਾਨ ਦਿੰਦੇ। ਬਹੁ ਸੰਗਤ ਉਤਸਾਹਤ ਗਮਨਤ ਸਾਧਨ ਗੁਰੂ ਅਰਜਨ ਕੇ ਜਾਏ। ਦਾਸੀ ਕਰਮੋਂ ਨੂੰ ਕਹਿੰਦੀ ਹੈ ਕਿ ਬਹੁਤ ਸਾਰੀ ਜਿਹੜੀ ਸੰਗਤ ਹੈ ਬੜੇ ਹੀ ਉਤਸ਼ਾਹ ਦੇ ਨਾਲ ਗੁਰੂ ਅਰਜਨ ਦੇ ਘਰ ਦੇ ਵਿੱਚ ਜਾ ਰਹੀ। ਦਿਨ ਪ੍ਰਤੀ ਅਦਕ ਪ੍ਰਤਾਪ ਵਦਤ ਤਿਨ ਅਨਗਨ ਧਨ ਜਸ ਕੋਈ ਉਪਜਾਏ। ਦਾਸੀ ਕਹਿੰਦੀ ਹੈ ਕਿ ਦਿਨ ਪ੍ਰਤੀ ਦਿਨ
ਉਹਨਾਂ ਦਾ ਜਿਹੜਾ ਪ੍ਰਤਾਪ ਹੈ ਬਹੁਤ ਜ਼ਿਆਦਾ ਵੱਧਦਾ ਜਾਂਦਾ ਹੈ। ਤਿੰਨ ਅਣਗਨ ਧਨ ਜਸ ਕੋ ਉਪਜਾਏ, ਮਾਨੋ ਕਿ ਰੋਜ਼ ਪ੍ਰਤੀ ਦਿਨ ਉਹਨਾਂ ਦੇ ਘਰ ਦੇ ਵਿੱਚ ਅਣਗਿਣਤ ਧਨ ਵੀ ਪਹੁੰਚਦਾ ਹੈ। ਔਰ ਇਸ ਤੋਂ ਇਲਾਵਾ ਉਹਨਾਂ ਦਾ ਜਿਹੜਾ ਜਸ ਹੈ ਨਾ ਉਹ ਰੋਜ਼ ਦਾ ਰੋਜ਼ ਜ਼ਿਆਦਾ ਪਸਰਦਾ ਹੈ। ਨਿਕਸੇ ਰਾਮਦਾਸਪੁਰ ਜਬ ਤੇ ਭਏ ਨਾ ਘਟ, ਐਸ਼ਵਰਜ ਵਰਧਾਏ। ਦਾਸੀ ਕਹਿੰਦੀ ਹੈ ਕਿ ਜਦੋਂ ਦੇ ਉਹ ਰਾਮਦਾਸਪੁਰੇ ਦੇ ਵਿੱਚੋਂ ਬਾਹਰ ਨਿਕਲੇ ਨੇ, ਉਹਨਾਂ ਦਾ ਐਸ਼ਵਰਜ ਕੋਈ ਸੰਪਦਾ ਘਟੀ ਨਹੀਂ। ਮਾਨੋ ਕਿ ਇੱਥੋਂ ਜਾਣ ਤੋਂ ਬਾਅਦ ਉਹਨਾਂ ਦੀ ਐਸ਼ਵਰਜ ਦੇ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋਇਆ। ਤੁਮਰੇ ਨਰ ਕੁਛ ਥੋਰੇ ਆਵੇਂ, ਤਾਹਾਂ ਉਪਾਇਨ ਬਹੁਤੀ ਆਏ। ਦਾਸੀ ਕਰਮੋਂ ਨੂੰ ਕਹਿੰਦੀ ਹੈ ਕਿ ਤੁਹਾਡੇ ਕੋਲ ਤੇ ਥੋੜੇ ਬਹੁਤੇ ਜਿਹੜੇ ਦਾਸ ਨੇ ਉਹ ਭੇਟਾਂ ਨੂੰ ਆਣ ਕੇ ਅਰਪਣ ਕਰਦੇ ਨੇ, ਪਰ ਗੁਰੂ ਅਰਜਨ ਦੇ ਕੋਲ ਤੇ ਬਹੁਤ ਸਾਰੀਆਂ ਸੰਗਤਾਂ ਬਹੁਤ ਜ਼ਿਆਦਾ ਕੀਮਤੀ ਤੇ ਜ਼ਿਆਦਾ ਭੇਟਾਂ ਲਿਆ ਕੇ ਅਰਪਣ ਕਰਦੀ। ਦਲ ਕਿਉ ਹਿਰਦਾ ਦਾਸੀ ਤੇ ਸੁਣ ਕਰ, ਮਨੋ ਸਰਪ ਨੇ ਡਸੀ ਦੁਖੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾਸੀ ਨੇ ਇਸ ਤਰ੍ਹਾਂ ਦੀਆਂ ਗੱਲਾਂ ਦਸੀਆਂ ਤੇ ਮਾਨੋ ਕਿ ਉਸ ਵੇਲੇ ਕਰਮੋਂ ਦਾ ਈਰਖਾ ਦੇ ਨਾਲ ਦਿਲ ਫਟ ਗਿਆ। ਦਾਸੀ ਤੇ ਸੁਣ ਕਰ ਮਨੋ ਸਰਪ ਨੇ ਡਸੀ ਦੁਖੰਤ, ਇਸ ਤਰ੍ਹਾਂ ਦਾ ਮਾਨੋ ਕਿ ਕਰਮੋਂ ਨੂੰ ਦੁੱਖ ਲੱਗਾ ਜਿਵੇਂ ਜ਼ਰੀਲੇ ਸੱਪ ਨੇ ਉਹਨੂੰ ਡੰਗ ਲਿਆ ਹੋਵੇ। ਪੀਰੀ ਭਰੀ ਧੀਰ ਔਰ ਹਰ ਕਰ, ਹੋਏ ਪੈ ਪੀਤ ਸ਼ਰੀਕ ਬਦੰਤ। ਉਸੇ ਵੇਲੇ ਕਰਮੋਂ ਦੇ ਚਿਹਰੇ ਦਾ ਜਿਹੜਾ ਰੰਗ ਸੀ ਉਹ ਪੀਲਾ ਹੋ ਗਿਆ ਹੈ। ਔਰ ਕਰ ਹਰ ਹੋਏ ਪੈ ਪੀਤ ਸ਼ਰੀਕ ਬਦੰਤ, ਮਾਨੋ ਕਿ ਪੈ ਕਰਕੇ ਬਹੁਤ ਹੀ ਜ਼ਿਆਦਾ ਦੁਖੀ ਹੋਈ ਕਿ ਸ਼ਰੀਕਾਂ ਦੇ ਵਿੱਚ ਕਿਸ ਤਰ੍ਹਾਂ ਵਾਧਾ ਹੋ ਗਿਆ। ਬਾਹਿਓ ਜਾਤ ਚਿਤ ਚਿੰਤਾ ਸਲਤਾ, ਖਾਣ ਪਾਣ ਕੁਛ ਤਨਕ ਕਰੰਤ। ਸੁਣਦਿਆਂ ਸਾਰ ਹੀ ਮਾਨੋ ਕਿ ਕਰਮੋਂ ਚਿੰਤਾ ਰੂਪੀ ਨਦੀ ਦੇ ਵਿੱਚ ਰੁੜਨ ਲੱਗੀ ਹੈ। ਕੋਈ ਉਸ ਨੂੰ ਬਾਹਰ ਨਿਕਲਣ ਦਾ ਕਿਨਾਰਾ ਨਹੀਂ ਮਿਲਦਾ। ਉਸ ਦਿਨ ਕਰਮੋਂ ਨੇ ਨਾ ਕੁਝ ਖਾਤਾ ਤੇ ਨਾ ਕੁਝ ਪੀਤਾ। ਦੁਰਬਲਤਾ ਅੰਗਣ ਪਾਈ, ਸਗਰੇ ਉਸ਼ਨ ਸਾਸ ਬਹੁ ਭਾਰ ਪਰੰਤ। ਮਾਨੋ ਕਿ ਦੁਰਬਲਤਾ ਆ ਗਈ ਹੈ ਅੰਗਾਂ ਦੇ ਵਿੱਚ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅੰਗਾਂ ਦੇ ਵਿੱਚ ਕੋਈ ਜਾਨ ਪ੍ਰਾਣ ਹੀ ਨਹੀਂ ਰਹੀ। ਉਸ਼ਨ ਸਾਸ ਬਹੁ ਭਾਰ ਪਰੰਤ, ਇਸ ਤੋਂ ਇਲਾਵਾ ਮਾਨੋ ਕਿ ਤੱਤੇ ਜਿਹੜੇ ਸਾਹ ਨੇ ਨਾ ਉਹ ਬਹੁਤ ਵੇਰ ਹੀ ਭਰਦੀ। ਭਾਈ ਰਾਤ ਪਤੀ ਆਏ ਸਮੀਪੀ, ਮਨ ਸੰਕਟ ਕੋ ਭਣਤ ਕਰਾਲ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਸਾਰਾ ਦਿਨ ਬਤੀਤ ਹੋ ਗਿਆ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਪਈ ਤੇ ਫੇਰ ਕਰਮੋਂ ਦਾ ਘਰ ਵਾਲਾ ਪ੍ਰਿਥੀ ਚੰਦ ਘਰ ਪਹੁੰਚਿਆ ਹੈ। ਆਪਣੇ ਘਰ ਵਾਲੇ ਪ੍ਰਿਥੀ ਚੰਦ ਦੇ ਕੋਲ ਪਹੁੰਚੀ ਹੈ ਔਰ ਆਪਣਾ ਜਿਹੜਾ ਸੰਕਟ ਸੀ ਨਾ ਭਿਆਨਕ ਉਸ ਨੂੰ ਬਿਆਨ ਕੀਤਾ। हे गुर सुत तुम बाक बखानेओ, श्री अर्जन के होए ना बाल। ਪ੍ਰਿਥੀ ਚੰਦ ਨੂੰ ਆਪਣੇ ਘਰ ਵਾਲੇ ਨੂੰ ਕਰਮੋਂ ਕਹਿੰਦੀ ਹੈ ਕਿ हे ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਪੁੱਤਰ, ਤੂੰ ਆਖਿਆ ਸੀ ਕਿ ਸ੍ਰੀ ਅਰਜਨ ਦੇ ਘਰ ਦੇ ਵਿੱਚ ਕਿਸੇ ਵੀ ਬਾਲਕ ਨੇ ਜਨਮ ਨਹੀਂ ਲੈਣਾ, ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਸੀ ਕਿ ਕਰਮੋਂ ਨੇ ਆਖਿਆ ਸੀ ਕਿ ਮੈਂ ਆਪਣੀ ਦਰਾਣੀ ਦੀ ਸ਼ੋਭਾ ਨੂੰ ਜਰ ਨਹੀਂ ਸਕਦੀ। ਜੇਕਰ ਤੁਸੀਂ ਆਪਣੇ ਪਿਤਾ ਦੀ ਸੇਵਾ ਕਰਦੇ ਤੇ ਤੁਸੀਂ ਅਰਜਨ ਦੀ ਜਗ੍ਹਾ ਦੇ ਉੱਤੇ ਗੁਰੂ ਬਣਦੇ ਤੇ ਸਾਰੀ ਧਨ ਸੰਪਦਾ ਸਾਡੀ ਹੁੰਦੀ। ਉਸ ਵੇਲੇ ਪ੍ਰਿਥੀ ਚੰਦ ਨੇ ਕਰਮੋਂ ਨੂੰ ਆਖਿਆ ਸੀ ਕਿ ਕਰਮੋਂ ਤੇਰਾ ਭੁਲੇਖਾ ਹੈ, ਮੈਂ ਵੀ ਬਹੁਤ ਜ਼ਿਆਦਾ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਸੇਵਾ ਕੀਤੀ ਹੈ, ਪਰ ਇਹ ਜਿਹੜਾ ਅਰਜਨ ਹੈ ਨਾ ਇਹ ਬੜਾ ਵਲਛਲ ਜਾਣਦਾ ਹੈ। ਇੰਨੇ ਵਲਾਂ ਛਲਾਂ ਦੇ ਨਾਲ ਗੁਰਿਆਈ ਨੂੰ ਹਾਸਲ ਕੀਤਾ ਹੈ ਤੇ ਜਿਹੜੀ ਤੂੰ ਧਨ ਸੰਪਦਾ ਦੀ ਗੱਲ ਕਰਦੀ ਹੈ ਇਹ ਸਾਡੇ ਕੋਲ ਹੀ ਆਉਣਾ ਹੈ, ਕਿਉਂਕਿ ਸਾਡੇ ਘਰ ਦੇ ਵਿੱਚ ਪੁੱਤਰ ਮਿਹਰਬਾਨ ਜੰਮਿਆ ਹੈ ਪਰ ਇਹਨਾਂ ਦੇ ਘਰ ਦੇ ਵਿੱਚ ਔਲਾਦ ਹੋਣੀ ਹੀ ਨਹੀਂ। ਇਸ ਕਰਕੇ ਅਰਜਨ ਦੀ ਮੌਤ ਤੋਂ ਬਾਅਦ ਪ੍ਰਿਥਿਆ ਕਹਿੰਦਾ ਸੀ ਕਿ ਕਰਮੋਂ ਸਾਰਾ ਕੁਝ ਸਾਡਾ ਹੀ ਬਣ ਜਾਣਾ। ਹੁਣ ਉਸੇ ਗੱਲ ਦਾ ਜ਼ਿਕਰ ਕਰਦੀ ਹੈ, ਕਹਿੰਦੀ ਹੈ हे ਗੁਰੂ ਦੇ ਪੁੱਤਰ, ਤੂੰ ਤੇ ਇਹ ਗੱਲ ਆਖੀ ਸੀ ਕਿ ਅਰਜਨ ਦੇ ਘਰ ਦੇ ਵਿੱਚ ਕਿਸੇ ਔਲਾਦ ਨੇ ਜਨਮ ਨਹੀਂ ਲੈਣਾ, ਸਾਰਾ ਕੁਝ ਸਾਡਾ ਹੋਣਾ। ਕਹਿੰਦੀ ਹੈ ਅਬ ਜਨਮਿਓ ਸੁੰਦਰ ਸਮ ਚੰਦੈ, ਸਗਰੀ ਕਰੈ ਸਰਾਹਣ ਬਾਲ। ਤੂੰ ਤੇ ਕਹਿੰਦਾ ਸੀ ਔਲਾਦ ਨਹੀਂ ਹੋਣੀ, ਪਰ ਹੁਣ ਤੇ ਉਹਨਾਂ ਦੇ ਘਰ ਦੇ ਵਿੱਚ ਸੁੰਦਰ ਜਿਹੜਾ ਬਾਲਕ ਹੈ
ਉਸਨੇ ਜਨਮ ਲਿਆ ਹੈ। ਮਾਨੋ ਕਿ ਲੋਕੀ ਦੱਸਦੇ ਨੇ ਚੰਦਰਮਾ ਵਰਗਾ ਸੋਹਣਾ ਹੈ, ਇਸ ਤਰ੍ਹਾਂ ਲੋਕੀ ਸ਼ਲਾਘਾ ਕਰਦੇ ਨੇ। ਅਦ ਕਯੋ ਪਾਇਨ ਚੜੇ ਦਰਬ ਬਹੁ, ਤਿਨ ਦੇ ਮੰਗਤ ਕਏ ਨਿਹਾਲ। ਕਰਮੋ ਕਹਿੰਦੀ ਹੈ ਕਿ ਦਾਸੀ ਨੇ ਆਣ ਕੇ ਦੱਸਿਆ ਬਹੁਤ ਸਾਰੇ ਪੈਸਿਆਂ ਦੀ ਜਿਹੜੀ ਭੇਟਾ ਹੈ ਉਹ ਜਾ ਜਾ ਕੇ ਲੋਕ ਅਰਪਣ ਕਰ ਰਹੇ ਨੇ ਤੇ ਮੰਗਤਿਆਂ ਨੂੰ ਬਹੁਤ ਜ਼ਿਆਦਾ ਗੁਰੂ ਅਰਜਨ ਨੇ ਦਾਨ ਦੇ ਕੇ ਨਿਹਾਲ ਕੀਤਾ। ਅਨ ਕਰੀਤ ਕੇ ਉਤਸਵ ਹੋਵਤ, ਬਜੇ ਵਧਾਈ ਆਨੰਦ ਬੇਸਾਲ। ਕਰਮੋ ਕਹਿੰਦੀ ਹੈ ਕਿ ਅਨੇਕਾਂ ਹੀ ਰੀਤੀਆਂ ਦੇ ਨਾਲ ਬੜੇ ਖੁਸ਼ੀਆਂ ਦੇ ਉਤਸਵ ਹੋ ਰਹੇ ਨੇ, ਅਨੇਕਾਂ ਲੋਕ ਵਧਾਈਆਂ ਦੇ ਰਹੇ ਨੇ ਬੜੀ ਵੱਡੀ ਖੁਸ਼ੀ ਦੇ ਨਾਲ। ਜਹ ਕਹ ਸੁਜਾਸ ਬਿਥਾਰਿਓ ਆਪਣੋ, ਜਨਮ ਲਾਭ ਲੀਨਸ ਇਸ ਕਾਲ। ਮਾਨੋ ਕਿ ਉਸ ਬਾਲਕ ਨੇ ਜੰਮਦਿਆਂ ਸਾਰ ਹੀ ਇੰਨੇ ਵੱਡੇ ਲਾਭ ਦੀ ਪ੍ਰਾਪਤ ਕੀਤੀ ਹੈ ਕਿ ਆਪਣੇ ਜਸ ਨੂੰ ਜਗ੍ਹਾ ਜਗ੍ਹਾ ਦੇ ਉੱਤੇ ਪਸਾਰ ਦਿੱਤਾ ਹੈ। ਬਸਿਓ ਗ੍ਰਾਮ ਸੋ ਤੁਮ ਪਿਤ ਕੇ ਪੁਰ, ਤਉ ਨ ਸਮਤਾ ਪੀ ਤਿਸ ਨਾਲ। ਕਰਮੋ ਆਪਣੇ ਪਤੀ ਪ੍ਰਿਥੀ ਚੰਦ ਨੂੰ ਕਹਿੰਦੀ ਹੈ ਕਿ ਅਰਜਨ ਤੇ ਕਿਸੇ ਹੋਰ ਵਡਾਲੀ ਨਾਂ ਦੇ ਪਿੰਡ ਦੇ ਵਿੱਚ ਵਸ ਰਿਹਾ, ਪਰ ਤੂੰ ਗੁਰੂ ਦੀ ਪੁਰੀ ਦੇ ਵਿੱਚ ਭਾਵ ਕੇ ਅੰਮ੍ਰਿਤਸਰ ਦੇ ਵਿੱਚ ਵਸ ਰਿਹਾ ਹੈ, ਪਰ ਤਾਂ ਵੀ ਉਸ ਦੇ ਨਾਲ ਤੇਰੀ ਕੋਈ ਬਰਾਬਰੀ ਹੋ ਹੀ ਨਹੀਂ ਰਹੀ। ਬਚਨ ਕੂਰ ਪੁਨ ਭਏ ਤੁਮਾਰੇ, ਮੈਂ ਝੂਰਤ ਹੇਰਤ ਅਸਹਾਲ। ਕਰਮੋ ਕਹਿੰਦੀ ਹੈ ਕਿ ਤੇਰੇ ਕਹੇ ਹੋਏ ਸਾਰੇ ਜਿਹੜੇ ਬਚਨ ਨੇ ਉਹ ਝੂਠੇ ਹੋ ਗਏ ਨੇ, ਮੈਂ ਇਸ ਗੱਲ ਤੋਂ ਬਹੁਤ ਹੀ ਜ਼ਿਆਦਾ ਝੁਰਦੀ ਹਾਂ, ਐਸੀ ਦੁਰਹਾਲਤ ਮੇਰੀ ਬਣੀ ਹੋਈ ਹੈ। ਪ੍ਰਿਥੀਏ ਭਾਣਿਓ ਜਥਾ ਸੁਤ ਲੀਨਸ, ਗਈ ਬ੍ਰਿਧ ਟਿਗ ਨਗਨ ਸੋ ਪਾਏ। ਜਦੋਂ ਕਰਮੋ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਉਸ ਵੇਲੇ ਪ੍ਰਿਥੀ ਚੰਦ ਕਹਿੰਦਾ ਕਿ ਤੂੰ ਗੱਲਾਂ ਤੇ ਇਸੇ ਤਰ੍ਹਾਂ ਕਰੀ ਜਾਂਦੀ ਹੈ, ਪਰ ਤੈਨੂੰ ਇਹ ਪਤਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਗੰਗਾ ਨੇ ਪੁੱਤਰ ਦੀ ਪ੍ਰਾਪਤੀ ਕੀਤੀ ਹੈ। ਬਾਬਾ ਬੁੱਢਾ ਜੀ ਦੇ ਕੋਲ ਜਾ ਕੇ ਕਹਿੰਦਾ ਕਿ ਤੂੰ ਜਾਣਦੀ ਹੈ ਕਿ ਬਾਬਾ ਬੁੱਢਾ ਜੀ ਦੇ ਕੋਲ ਨੰਗੇ ਪੈਰਾਂ ਦੇ ਨਾਲ ਚੱਲ ਕੇ ਗੰਗਾ ਪਹੁੰਚੀ। ਦੇਖ ਸੇਵ ਤਿਸਨੇ ਬਰ ਦੀਨਸ, ਜਾਂ ਤੇ ਪੁੱਤਰ ਲਿਓ ਹਰ ਖਾਏ। ਪ੍ਰਿਥੀ ਚੰਦ ਕਹਿੰਦਾ ਹੈ ਕਿ ਦੇਖ ਕੇ ਉਸ ਦੀ ਸੇਵਾ ਨੂੰ ਫਿਰ ਬਾਬਾ ਬੁੱਢਾ ਜੀ ਨੇ ਪੁੱਤਰ ਹੋਣ ਦਾ ਵਰਦਾਨ ਖੁਸ਼ੀ ਦੇ ਨਾਲ ਉਸ ਨੂੰ ਦੇ ਦਿੱਤਾ। ਮੋਹ ਬਾਕ ਨਹੀਂ ਝੂਠ ਵਿਚਾਰੋ, ਅਪਰ ਜਤਨ ਤੇ ਕਿਉਂ ਹੁਣਾ ਪਾਏ। ਪ੍ਰਿਥੀ ਚੰਦ ਕਹਿੰਦਾ ਕਿ ਮੈਂ ਜਿਹੜਾ ਵਾਕ ਆਖਿਆ ਸੀ ਉਹ ਕਿਸੇ ਵੀ ਪ੍ਰਕਾਰ ਦੇ ਨਾਲ ਝੂਠਾ ਨਹੀਂ ਸੀ ਜਾਣਾ, ਪਰ ਕਹਿੰਦਾ ਕਿ ਹੋਰ ਯਤਨ ਦੇ ਨਾਲ ਉਸ ਨੂੰ ਬਾਲਕ ਦੀ ਪ੍ਰਾਪਤੀ ਕਦੇ ਨਹੀਂ ਸੀ ਹੋਣੀ। ਬਾਬਾ ਬੁੱਢਾ ਜੀ ਹੀ ਐਸੇ ਹਨ ਕਿ ਜਿਨ੍ਹਾਂ ਨੇ ਉਹਨੂੰ ਪੁੱਤਰ ਦੇ ਦਿੱਤਾ। ਸ੍ਰੀ ਨਾਨਕ ਸੇਵਕ ਕੋ ਦੀਨੋ, ਜਿਸ ਕੋ ਕੋਏ ਨਾ ਸਕੇ ਮਟਾਏ। हे ਕਰਮੋ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸੇਵਕ ਬਾਬਾ ਬੁੱਢਾ ਜੀ ਨੇ ਉਸ ਨੂੰ ਪੁੱਤਰ ਦਿੱਤਾ ਹੈ, ਜਿਨ੍ਹਾਂ ਦੀ ਦਿੱਤੀ ਹੋਈ ਦਾਤ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਵੱਡੇ ਪੁਰਖ ਨਿਜ ਸੇਵਾ ਹੇਰ, ਵਸਤ ਅਰੇ ਜੋ ਦੇਤ ਕਿਰ ਪਾਲ। ਪ੍ਰਿਥਿਆ ਕਹਿੰਦਾ ਹੈ ਕਿ हे ਕਰਮੋ, ਜਿਹੜੇ ਵੱਡੇ ਪੁਰਖ ਨੇ ਉਹ ਸੇਵਾ ਨੂੰ ਦੇਖਦੇ ਨੇ, ਔਰ ਐਸੀ ਕੋਈ ਵੀ ਚੀਜ਼ ਨਹੀਂ ਹੈ ਜਿਹੜੀ ਕਿ ਕਿਰਪਾਲੂ ਹੋ ਕੇ ਉਹ ਨਹੀਂ ਦੇ ਸਕਦੇ। ਇਹ ਸਾਰੀ ਕਿਰਪਾ ਬਾਬਾ ਬੁੱਢਾ ਜੀ ਦੀ ਹੈ। ਜੇ ਬਾਬਾ ਬੁੱਢਾ ਜੀ ਦੇ ਕੋਲ ਉਹ ਅਧੀਨਗੀ ਦੇ ਨਾਲ ਨਾ ਜਾਂਦੀ ਤੇ ਕਰਮੋ ਕਦੇ ਵੀ ਉਹਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਹੋਣੀ। ਜਗ ਗੁਰ ਨੁਖਾ ਪਗਨ ਤੇ ਗਮਨੀ, ਬਿਨ ਪਨ ਹੀ ਸਿਰ ਭਾਰ ਉਠਾਲ। ਪ੍ਰਿਥਿਆ ਕਹਿੰਦਾ ਹੈ ਕਿ ਜਗਤ ਦੇ ਮਾਲਕ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨੂੰਹ ਗੰਗਾ ਨੰਗੇ ਚਰਨਾਂ ਦੇ ਨਾਲ ਚੱਲ ਕੇ ਗਈ ਸੀ, ਸਿਰ ਦੇ ਉੱਤੇ ਭਾਰ ਚੁੱਕ ਕੇ। ਸਕਲ ਟਹਿਲ ਆਪਣੇ ਕਰ ਕੀਨਸ, ਸ਼ਰਮਤ ਭਈ ਹੋਏ ਖੇਦ ਵਿਸਾਲ। ਮਾਨੋ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਨੂੰਹ ਗੰਗਾ ਨੰਗੇ ਪੈਰਾਂ ਦੇ ਨਾਲ ਚੱਲ ਕੇ ਸਿਰ ਦੇ ਉੱਤੇ ਭਾਰ ਨੂੰ ਚੁੱਕ ਕੇ ਸੇਵਾ ਕਰਨ ਦੇ ਵਾਸਤੇ ਬਾਬਾ ਬੁੱਢਾ ਜੀ ਦੇ ਕੋਲ ਪਹੁੰਚੀ ਸੀ, ਔਰ ਉਸਨੇ ਮਾਨੋ ਕਿ ਆਪਣੇ ਹੱਥਾਂ ਦੇ ਨਾਲ ਸਾਰੀ ਸੇਵਾ ਕੀਤੀ। ਬੜੀ ਸ਼ਰਮਤ ਨੂੰ, ਬੜੀ ਥਕਾਨ ਨੂੰ ਤੇ ਖੇਦ ਨੂੰ ਝੱਲਿਆ।
इस उपाय ते नंदन प्राप्त नाहे धामा बच सह कराल। ये सारा कुछ गंगा ने कीता है। कहता है कि जेकर इस तरह ना हुंदा ते कदे भी बाबा बुढ़ा जी उसनू पुत्र दा वरदान ना देंदे, ते जे वरदान ना मिलदा तां मम बच सह कराल, ते मेरा कहया होया जिहड़ा भयानक वचन है ना उसनू सहना पैंदा, भाव के घर दे विच पुत्र पैदा कदे ना हुंदा। पायो पुत्र तो क्या अब होयो, हृदय हमारे सल समान। उस वेले पृथ्वी ने आख्या है कि सल ते बड़ा है, रड़क ते बड़ी है कि ओदे घर दे विच पुत्र पैदा होया है। पर कहंदा है पुत्र पैदा हो गया है, पर तां भी इसदा इलाज ते अजे बाकी है, भाव कि उसनू किसी भी तरीके दे नाल मारिया जा सकदा है। इस तरीके दे नाल उस वेले पृथ्वी चंद दियां कुचालां होईयां। पृथ्वी चंद ने खबरां सुनियां जां, गुरु अर्जन दे घर बाल होया, सने कर्मों दे लगी अग सीने, साड़ी ईरखा विच बेहाल होया। दोहां जियां ताई चिंता बहुत लगी, दोहां जियां ताई चिंता बहुत लगी, वादे विच शरीक इकबाल होया, छोटा हो लै गया गुरियाई, पहला पूजनीक अते माला माल होया। हुण पुत्र भी घर जम पिया, हुण पुत्र भी घर जम पिया, हकदार अगों लई संभाल होया। दूजे लोक सब खुश करतार सिंगा, वैरी सका भरा कमाल होया। करतार सिंह जी क्लास वाली लिखते ने कि दूजे सारे लोग सारी दुनिया खुशी दे विच है, पर कहंदे ने कि सका भरा मानो के वैरी बन गया, और उसनू बड़ा दुख लगा कि क्यों उन्हां दे घर दे विच पुत्र पैदा होया। नहीं उखारे जावद इसको, तावद उपजत करक महान। कर्मों नू पृथ्वी चंद कहंदा है कि जिन्ना चिर मानो कि इसनू उखाड़ नहीं देंदे, भाव कि इसनू खत्म नहीं कर देंदे, उन्ना चिर साडे कलेजे दे विच जिहड़ी रड़क है ना वो पैंदी रहनी। नींद निशा नहीं भोजन दिन में, चिंता वध नहीं नित आन। कर्मों नू पृथ्वी चंद कहंदा है कि सानू रात दे वेले नींद नहीं आउणी, खाना चंगा नहीं लगना, पीना चंगा नहीं लगना। ये बड़ी जिहड़ी चिंता है ना वो सानू नित दी आण के चंबड़ गई। जतन बन जिम चितवत रहो तिम, कितक दिवस में करे सुहान। कर्मों नू पृथ्वी कहंदा है कि जतन बनाउंदी रह, रोज सोचा सोचदी रह कि किस तरीके दे नाल उस बालक नू असीं खत्म करना। ज्यों क्यों गुरता निज घर राखे, इस हित ठान अनक उपाए। पृथ्वी कर्मों नू कहंदा है कि जिवें ना किवें जिहड़ी गुरियाई है वो असीं अपने घर दे विच ही रखनी है। इस करके मैं भी उपाय करांगा, तू भी उपाय कर कि किसी ना किसी तरीके दे नाल जम्मिया होया उन्हां दे घर दे विच जिहड़ा बालक है ना उसनू मार दईए। जब लो मात गोद में बालक, तब लो त्रिया जाए को काए। पृथ्वी कहंदा है कि जदों तक माता दी गोदी दे विच बालक है उदों तक मारना उसनू बड़ा सौखा है। कोई भी जिहड़ी औरत है ना उसनू जाके मार सकदी। कुछ चतुराई सो कर पहुंचे, करे सो घात घात को पाए। कहंदा है कि किसी औरत नू घल्लीए जिहड़ी के चतुराई दे नाल मानो के घात नू विचार के उस बालक नू घात कर देवे, मार देवे। आसी स्त्री खो जो नित रही है, देहो दरब तिस ले हो लुभाए। कर्मों नू पृथ्वी कहंदा है कि ऐसी औरत नू लभना शुरू कर दे, नित ही ऐसी औरत दी भाल दे विच लग जा। जे कोई ऐसी औरत मिल जावे ते उसनू मानो के पैसिਆਂ ਦਾ ਲੋਭ ਦੇ ਕੇ ਆਪਣੇ ਮਗਰ ਲਾ ਲਓ।
निजपुर में होए सो तो पहुंचे, मिस कुछ करे रह तिन ताम। किस तरह बालक नूं मारिया जा सकता है, उस दियां जिहड़ियां सारियां तरकीबां ने ये कर्मों नूं दसदा है प्रिथी है। कहंदा है कि अपने पिंड दे विच रहण वाली जिहड़ी कोई औरत है, जेकर वो मिल जावे ते वो किसी बहाने दे नाल उन्हां दे घर दे विच रह सकदी। कह तिस ग्राम होए बुलवावो, करो लभावन दै कर दाम। जेकर अपने पिंड दे विचों ऐसी औरत कोई नहीं लभदी ते कहंदा है कि उन्हां दे पिंड दे विच रहण वाली किसी औरत नूं बुला के उन्हूं पैसिਆਂ दा लोभ दे के अपने हत्थां थल्ले कर ले। कह दासी तिस रह समीपी, सो सुखैन ही कर है काम। ते कहंदा है कि सारिਆਂ ਤੋਂ ਜ਼ਿਆਦਾ ਇਹ ਸੌਖੀ ਗੱਲ ਹੈ कि उन्हां दे घर दी ही कोई दासी होवे जिहड़ी कि हमेशा उन्हां दी निकटवर्ती होवे, वो सौखे तरीके दे नाल साडा ये काम कर सकदी। खोजत रहो आज ते तैसी, बालक हन मिले अस बाम। कहंदा है कि इस तरीके दे नाल तू खोजदी रह, ਲੱਭਣਾ ਸ਼ੁਰੂ ਕਰ ਦੇ कि इस तरह की सानू औरत मिल जावे जिहड़ी कि सौखे तरीके दे नाल उस बालक नूं मार देवे ते साडा काम सिरे चढ़ जावे। दोवें जी बै चुर दे घर अंदर, लगी अग शरीके दी भारी जी। सोचा सोच दे पाप दी चढ़ बेड़ी, किवें पुत्र शरीक दा मारी जी। ओ मालिक गुरियाई दा जम पिया, असी किस तरह वेख सहारीए जी। साडे पुत नूं किसे ने पूजना नहीं, दुखी रहेगा ओह उम्र सारी जी। किसे दाई तो जहर दुआ दईए, किसे दाई तो जहर दुआ दईए। फाही लोभ दी किसे गल डारीए जी। सल मिटे झब करतार सिंगा, बाल मरे ता शुक्र गुजारीए जी। पृथ्वी चंद कहंदा है कि जेकर किसे तो जहर दवा के मार दईए तां ही साडा जिहड़ा काम है ना वो सिरे चढ़ सकदा है। इम मसलत कर हरखी कर्मों, कर्म क्रूर मह दुरमत तार। ग्रंथाकार भाई संतोख सिंह जी लिखते ने कि दोवां जियां ने इस तरह की सलाह की है। बड़े वधिया वधिया जिहड़े सुझाव ने वो कर्मों नूं घर वाले पृथ्वी ने दिते ने। उस वेले मानो कि उन्हां सुझावां नूं सुन के कर्मों बहुत ही ज्यादा खुश हुई है, जिहड़ी कि दुर्बुद्धि नूं धारण करन वाली है। आची होया सन बिसराम में निसमय, चित में चितवत अनक प्रकार। इस तो बाद कहंदे ने कि असीं वचन भोजन छकिया है ते फिर रात दे वेले दोवें दे दोवें सौण दे वास्ते लम्मे पै गए ने, पर कहंदे ने दोवां नूं नींद नहीं आई। चित में चितवत अनक प्रकार, अनेकां तरह दीयां सोचां दोवें दे दोवें रात भर सोचदे रहे। जह कह बोध कीन बिस्तारन, खोजत मन कर तैसी नार। भाव के बुद्धि नूं बहुता ज्यादा खिलारिया उन्होंने, अपनी अकल नूं बहुत ज्यादा दौड़ाया जिथों तक उन्हां दी अकल दौड़ सकदी सी। खोजत मन कर तैसी नार, मन ही मन दे विच वो सोचदे ने कि किहड़ी ऐसी औरत हो सकदी है जिहड़ा साडा काम करेगी। भई प्रभात चिंत गलतानी, प्रिय दासी को निकट हकार। कवि जी लिखते ने कि जदों ही अगली सवेर हुई, चिंता दे विच गलतान कर्मों उठी है ते उसे ही प्रिय दासी प्यारी दासी नूं उसने कोल बुला लिया है, जिहड़ी कि हमेशा इस नूं खबरां लिया के दिंदी सी। मन की वृथा उचारन कीनस, पुर में ते त्रिया ऐसी आन। उस दासी नूं बुला के कर्मों ने कहना शुरू किया है कि मेरे मन की दशा इस तरह की हुई हुई है। कहती है कि अपनी पुरी दे विचों, अपने पिंड दे विचों ऐसी जिहड़ी औरत है ना वो तू लभ के लिया।
लेकर दरब काम एम ठान श्री अर्जन को नंदन हान। कहंदे आ कि ऐसी औरत लभ के लिया ਜਿਹੜੀ कि पैसे लैके साडा ये काम कर देवे कि पैसों के लोभ दे विच आण के ਉਹ अर्जन दे पुत्र नूं मार देवे। तिसकी नित गुजरान करावे असन बसन दे सब सुख दान। कर्मों कहंदे है कि उस दी सारी जिंदगी दा जिहड़ा गुजारा है ਉਹ मैं चलावांगी, असन बसन दी कदे भी उसनों कोई कमी होण नहीं देंगी, जेड़ा ये साडा काम कर देवेगी। हित कर नित खोजो रो चित कर एह मेरो लख काज महान। अपनी दासी नूं कर्मों कहंदी है कि हित कर नित खोजो, अपने हित दे नाल मेरे हित दे वास्ते तू ऐसी औरत नूं लभना है। चित कर एह मेरो लख काज, अपने चित नूं मेरे अनुसार करके मेरा जिहड़ा काम है ना अपना समझ के तू करना है। इम दासी कर गोप बात को सने सने बूझत बहो नार। ग्रंथाकार भाई संतोख सिंह जी लिखते ने दासी ने कर्मों नूं सत वचन आख्या है ते अपने अंदर इस गल नूं छुपा के रखिया है और गुप्त गुप्त तरीकिਆਂ ਦੇ ਨਾਲ ਬਹੁਤੀਆਂ ਸਾਰੀਆਂ ਔਰਤਾਂ ਨੂੰ ਇਹ ਗੱਲ ਕਹਿੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਔਰਤ ਮੇਰੇ ਆਖੇ ਲੱਗ ਜਾਵੇ ਤੇ ਇਹ ਕੰਮ ਕਰ ਲਵੇ। ਮਾਨੋ ਕਿ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪੁੱਤਰ ਹੀ ਪ੍ਰਿਥਿਆ ਸੀ, ਉਸ ਦਾ ਜਿਹੜਾ ਕਰਮ ਸੀ ਨਾ ਉਹ ਬੜਾ ਗਿਰਿਆ ਹੋਇਆ ਸੀ। ਪੁੱਤਰ ਪ੍ਰਿਥਿਆ ਵੀ ਸਤਿਗੁਰਾਂ ਦਾ ਸੀ, ਕਲਮ ਲਿਖਣੋਂ ਪਈ ਸ਼ਰਮਾਮ ਦੀਏ। ਅਦਬ ਸਿੱਖਾਂ ਨੂੰ ਗੁਰਾਂ ਦੇ ਕੁੱਤਿਆਂ ਦਾ ਸੁਰਤ ਸਮਝ ਕੇ ਥਰ ਥਰਾਮ ਦੀਏ। ਕੀ ਲਿਖਾਂ ਤੇ ਕੀ ਨਾ ਲਿਖਾਂ ਇੱਥੇ, ਕੀ ਲਿਖਾਂ ਤੇ ਕੀ ਨਾ ਲਿਖਾਂ ਇੱਥੇ। ਪਈ ਦਿਲ ਤਾਈਂ ਸ਼ਰਮ ਆਮਦੀਏ, ਬਿਨਾ ਕਿਸੇ ਦ੍ਰਿਸ਼ਟਾਂਤ ਕਰਤਾਰ ਸਿੰਘਾ ਸਿੱਧਾ ਲਿਖਾਂ ਪ੍ਰਸੰਗਿਓ ਭਾਵਦੀਏ। करतार सिंह जी क्लास वाली लिखते ने कि पृथ्वी भी सतगुरु रामदास सच्चे पातशाह जी का पुत्र सी, पर कहते ने कि अदब सिखां नूं गुरु दे कुत्तियां दा भी हुंदा है, पर कहते ने इसने मानो कि वह भी अदब नहीं कीता। कवि जी कहते ने मैं की लिखां ते की ना लिखां, मेरी कलम नूं भी लिखण लग्या शर्म आउंदी है कि मैं की लिखां। पर कहते ने कि दृष्टांत के अनुसार जो सत वापरिया वो प्रसंग मैं जरूर लिखांगा कि की कुछ उस वेले पृथ्वी ने कीता। इत श्री अर्जन अत उत्साहत मंगत को दे दरब अपार। ग्रंथाकार भाई संतोख सिंह जी लिखते ने कि एक पासे ते सतगुरु अर्जन देव सच्चे पातशाह जी दे साहिबजादे नूं मारन दियां साजिशां चल रही ने, पर दूसरे पासे सतगुरु अर्जन देव सच्चे पातशाह जी दे घर दे विच बड़ा खुशियां दा उत्साह पैदा होया होया। मंगते बहुत ज्यादा आउंदे ने ते सतगुरु सच्चे पातशाह जी मंगतियां नूं दान दिंदे ने। सुन दूर दूर ते आवे लेकर गमने सुजास उचार। दूरां दूरां तो लोग वधाइयां देण दे वास्ते पहुंचदे ने ते सतगुरां तो दान लैके जस नूं उचारण करदे ने। बड़े भाग जुत सुत शुभ जन्म्यो, जह कह जिस ते होए जयकार। ਵੱਡੇ ਭਾਗਾਂ ਦੇ ਨਾਲ ਸੁੰਦਰ ਸ਼ੁਭ ਜਿਹੜਾ ਪੁੱਤਰ ਹੈ ਉਸਨੇ ਜਨਮ ਲਿਆ ਹੋਇਆ ਹੈ, ਜਿਸ ਤੇ ਹੋਏ ਜੈ ਜੈਕਾਰ, ਜਿਸ ਦੇ ਨਾਲ ਮਾਨੋ ਕਿ ਹਰ ਇੱਕ ਜਗ੍ਹਾ ਦੇ ਉੱਤੇ ਜੈ ਜੈਕਾਰ ਹੋ ਰਹੀ ਹੈ। ਆਦਿਕ ਪ੍ਰਸੰਨ ਹੋਤ ਸੁਤ ਹੇਰਤ, ਬਲਹਾਰੀ ਹੋਏ ਕਰਤ ਦੁਲਾਰ। ਮਾਤਾ ਗੰਗਾ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਨੇ, ਆਪਣੇ ਪੁੱਤਰ ਨੂੰ ਦੇਖ ਕੇ ਉਹਦੇ ਤੋਂ ਬਲਹਾਰ ਜਾਂਦੇ ਨੇ ਔਰ ਬਹੁਤ ਹੀ ਜ਼ਿਆਦਾ ਦੁਲਾਰ ਕਰਦੇ ਨੇ, ਬੜਾ ਲਾਡ ਲਡਾਉਂਦੇ ਨੇ। ਸੂਗਤ ਮਸਤਕ ਪਰਮ ਪ੍ਰੇਮ ਤੇ, ਬ੍ਰਿਧ ਕੋ ਲਖੈ ਮਹਾ ਉਪਕਾਰ। ਆਪਣੇ ਪੁੱਤਰ ਦੇ ਮੱਥੇ ਨੂੰ ਚੁੰਮਦੇ ਨੇ, ਬਹੁਤ ਪ੍ਰੇਮ ਕਰਦੇ ਨੇ ਔਰ ਇਸ ਤੋਂ ਇਲਾਵਾ ਬਾਬਾ ਬੁੱਢਾ ਜੀ ਨੇ ਜਿਹੜਾ ਵੱਡਾ ਉਪਕਾਰ ਕੀਤਾ ਹੈ ਉਸ ਨੂੰ ਯਾਦ ਕਰਦੇ ਨੇ।
कीन छठी को उत्सव पारी, सबको दीन कराहार। कहते ने कि छठी का दिन आ गया है, पुत्र के जन्म तो 6वां जरा दिन है, उसनों कहते ने छठी का दिन। कहते ने कि छठी का दिन आया है, उस दिन बड़ा ही बड़ा उत्सव किया गया है, खुशियां मनाइया गई ने, बहुत सारा कड़ा प्रसाद किया गया और उस कड़ा प्रसाद नूं सारियां दे विच वंडिया गया। बाजे दर पर बाजत हैं बहु, सिख संगत सुख करें उदार। दरवाजे दे उत्ते बड़े तरह तरह दे वाजे वजे ने, सारियां सिखां ने ते संगतां ने बड़ी खुशी मनाई। 10 दिन बीते पुन उत्सव भा, मंगल करें अनेक प्रकार। जदों 10 दिन बतीत होए ते फिर एक बार होर वड्डा उत्सव किया गया, बड़ा मंगल किया गया है अनेकां प्रकार दे नाल। कुल की सगल रीत शुभ कीनस, जथा ब्रदन के अंगीकार। कवि जी लिखते ने कि कुल दी सारी जिहड़ी रीति है चंगी, उसनूं यथा योग किया गया है। ब्रदन ते अंगीकार, मानो कि जिहड़ी वड्डियां दी मर्यादा सी उसनूं उसे तरीके दे नाल पूरा किया। लग दुंदव की होत मदर तुन, सुन श्रोणन ते आनंद उदार। छोटे जिहड़े धौंसे ने, उन्हां दी मिठी मिठी जिहड़ी आवाज है, वो मानो के कन्नां दे विच पै रही है, जिस नूं सुन के आनंद दी प्राप्ति हो रही है। बजे नफीरन गाय शब्द बिच, खरे लोक उचरे जयकार। इस तो इलावा नफीरियां बज रही ने, तूतियां बज रही ने, गाउंदे ने विच शब्दां नूं, लोग खड़े होके जय जयकार करते हैं। आद बिलावल सुंदर रागन, गाए रबाबी प्रेम लगाए। बिलावल राग दे सुंदर जिहड़े शब्द ने, उन्हां नूं पढ़िया जा रहा है। रबाबी जिहड़े ने वो प्रेम दे नाल गुरबाणी दा कीर्तन कर रहे हैं। सुन सुन सिख सेवक के हिरदे, द्रवै रीज ही मोद बढ़ाए। सुन सुन के सिखां सेवकां दे जिहड़े हिरदे ने वो द्रवदे ने, भाव के प्रेम दे विच वो सारे दे सारे गदगद हुंदे जांदे। बख्शे वस्त्र विभूषण बहु बिद, बिरमत बैठे उठ ना सकाए। सतगुरु सच्चे पातशाह जी कीमती जिहड़े कपड़े ने वो वंडदे ने। इस तो इलावा कईयां नूं कहंदे ने कि गहणे भी दिते जांदे ने। बिरमत बैठे उठ ना सखाए, भाव के ऐसे लोग परचे हुए ने जिन्हां दा उठन नूं जी नहीं करदा। धन धन गुर धन जन्म सिस, जिस ते 10 दिश जस पसराए। कवि जी कहंदे ने कि धन धन सतगुरु अर्जन देव सच्चे पातशाह जी ने, और धन धन ही उन्हां दे घर दे विच जिहड़ा साहिबजादा होया है ओदे वास्ते भी धन है, जिस दे मानो के जन्म लैण दे नाल ही 10 ही दिशां दे विच बहुता ही ज्यादा सतगुरु अर्जन देव सच्चे पातशाह जी दा जस फैलिया। बदत शरीर दूज ते जस सस, तिम तिम सुंदर तायद काए। कवि जी लिखते ने कि जिस तरह दूज दा चंद्रमा दिन प्रति दिन बढ़ता है, और ज्यों ज्यों चंद्रमा बढ़ता है त्यों त्यों ओदी जिहड़ी सुंदरता है वो बढ़ती जाती है। इसे तरीके दे नाल मानो के साहिबजादे दा शरीर वाधा है, जिवें जिवें वाधा है तिवें तिवें सुंदरता दे विच वाधा हुंदा। एक मास बीत्यो जब ऐसे, करत दुलार मात बल जाए। इसे तरह करदियां करदियां कवि जी कहंदे ने कि 1 महीना बतीत हो गया, माता गंगा जी बहुत ही ज्यादा पुत्र नूं दुलारदे। रात दिवस सुत को मुख देख है, नहीं लोचन क्यों हूं तृपताए। रात दिन अपने पुत्र दा मुखड़ा देखते रहंदे ने माता गंगा जी, पर कदे भी उन्हां दीयां जिहड़ियां अखां ने ना वो वेख के रजदियां नहीं। सरबस निंद्रा अधिक बधै जब सुबतै, छिपर जाग को पाए। ग्रंथाकार भाई संतोख सिंह जी कहंदे ने कि ज्यादातर ते माता गंगा जी सौंदे ही नहीं हन, पर कहंदे ने कि जेकर नींद बहुता ही ज्यादा जोर पावे तां थोड़ा बहुता सौंदे ने,
पर कहते ने कि सुपतै छिपर जाग को पाए, पर छेती ही वो जाग पैंदे ने, बहुता सौंदे भी नहीं। जन पन्नग मन मन सो लागेओ, अहिनिस राखण में हितकार। कवि जी एक प्रमाण दिंदे ने, जिस तरह किसी सप दा अपनी मणि दे विच ध्यान लगा रहिंदा है और कदे भी कहंदे ने कि अपनी मणि तो पासे होण दा वो यतन नहीं करदा, इसे तरीके दा हित अपने पुत्र दे नाल माता गंगा जी दा लगा होया। मानो कि कदे भी अपनी अखां तो ओझल वो अपने पुत्र नूं नहीं होण दिंदे। निंदरा ते जब युगरै लोचन, तनुज बदन पर दृष्ट पसार। जदों ही नींद तो अखां खुलदियां ने, उगड़दियां ने, ते कहंदे ने सामने अपने पुत्र दा ही सारियां तो पहला वो चेहरा देखदे ने। पालत लालत घालत घाल, डालत नयन श्यामता चार। ग्रंथाकार भाई संतोख सिंह जी लिखदे ने कि पालदी है, लड़ाउंदी है, सेवा करदी है और इस तो इलावा नेत्रां दे विखे सोहना जिहड़ा सुरमा है ना वो पाउंदी। इस तरीके दे नाल सारियां दे हिरदियां दे विच बड़ी खुशी है और बालक रूप साहिबजादा हरगोबिंद सच्चे पातशाह जी माता जी दे घर दे विखे उन्हां दी गोदी दे विच खेडदे ने। माता गंगा सुलखणी भागवंती, हरि रूप जिदी गोद बाल खेडे। हुण संगतां वेख निहाल चेहरा, सुंदर रूप सतगुरु दयाल खेडे। जिवें राम अयोध्या विच होया, जिवें राम अयोध्या विच होया, विच मथुरा कृष्ण गोपाल खेडे। तिवें विच वडाली दे गुरु छेवां, भरिया तेज प्रताप कमाल खेडे। सियाणे वेख के करन अनुमान लगे, सियाणे वेख के करन अनुमान लगे। ये चुगतियां दा है जोवाल खेडे। दिल्ली तख्त ताई तख्ता करन वाला, सिख पंथ दा खास इकबाल खेडे। पारे जुल्म मीनार दे ढाउण वाला, सच्चे धर्म दा जोश भुचाल खेडे। गुरु नानक दा तेज प्रगट होके, गुरु नानक दा तेज प्रगट होके, रूप भरिया जाहो जलाल खेडे। चंदू दुष्ट जहां दा करतार सिंगा, ओ वडाली दे विच वबाल खेडे। इस तरीके दे नाल माता गंगा जी दी गोदी दे विच साहिबजादा जी खेडदे ने। झगनी चीन महीन सूत की, बरन बरन की पाए सुधार। इस तो इलावा बरीक जिहड़ी झगली है, जिहड़ी के गल दे विच कपड़े दी पाई जांदी है, वो कहंदे ने कि सूत दी बरीक हुंदी है और इस तो इलावा तरह तरह दे रंगां नूं सुधार के वो गल दे विच माता जी पहनाउंदे ने। कंचन के कंकन करवाएस, जुग जुग हीरे जरे जराए। इस तो इलावा सोने दे जिहड़े दो कड़े ने वो कढ़वाए गए ने, जिन्हां दोवां दे विच दो दो हीरे जड़ाऊ जड़े गए ने। छुदर कंठ का बाजन वारी, कारीगर ने करी सुहाए। इस तो इलावा लक दे दुआले जिहड़ी तड़ागी है वो कहंदे ने कि वजन वाली बनाई गई है। तड़ागी दे विच तरह तरह दे जिहड़े हीरे ने वो जड़े गए ने। इस तो इलावा वजन वालियां छनकण वालियां घंटियां लाइया गई। पावन पद पंकज मैनू पर, रुणकत रुचरज उर्द उचाए। इस तो इलावा पवित्र चरण कमलों दे विच सोहणियां झांजरां बनवा के पाईयां गईयां ने। जदों भी अपने चरणां नूं थोड़ा जिहा हिलाउंदे ने ते ओह झांजरां खड़कदियां ने। श्याम बिंद सुंदर बिच पौहन, श्याम केस ऐसे छब पाए। ग्रंथाकार भाई संतोख सिंह जी लिखते ने कि काली बिंदी भाव के तिर है दोवां ही परवटियां दे विचकारली जगह दे उत्ते।
अल को बालक अलगन तज कर धस को पंख अमृत के आए। किस तरह दी उस तिल दी शोभा है उस दा बयान करते ने कवि जी। कहंदे ने कि पौहां दे श्याम केस दे विचकारली थां बिंदी इस तरह शोभदी है जिवें भौरियां दा बच्चा भौरियां दी डार छड्ड के अमृत दे पंख दे विच आण के धस गया होवे। भरवटे भौरियां दियां डारां हन, बिंदी भौरियां दा न्याणा है। भरवटियां दे विचकारला थां त्रिकुटी दा टिकाणा होण करके अमृत दा पंख है। पंख नाम चिक्कड़ दा है ते पंख नाम अतर फितने दा भी वरत्या गया है। चिकनाई नूं भी इस तरीके दा पंख आख्या जांदा है। इस तरीके दे नाल मानो कि भरवटियां दे विचकारली जगह दे उत्ते एक तिल दा काला निशान है जिहदी कि इस तरीके दे नाल शोभा कवि जी ने बयान कीती। डीठ न लागे डर ते और जननी वारत गई लौण मंगवाए। किते मेरे पुत्र नूं नजर ना लगे इस करके मानो कि माता गंगा जी राई ते लूण सिर दे उत्तों वार के सुटदे ने। तिनका तोड़ तोड़ कर घेरत रक्षक श्री नानक ले नाए। तिनका तोड़ तोड़ के थल्ले सुटदे ने ताकि मेरे पुत्र नूं किसे दी नजर ना लगे। इस तो इलावा कहंदे ने कि सतगुरु नानक देव सच्चे पातशाह जी दा नाम लैके बेनती करदे ने कि हे सतगुरु सच्चे पातशाह जी मेरे पुत्र नूं माड़ियां नजरां तो बचा के रखे। स्वर्ण सोवर्ण तन दुत मिल समता समता ते पेवना लखियंत। सोने अते तन दे श्रेष्ठ रंग दी शोभा इक्को जिही होण करके मिल गई है ते भेद नहीं जानिया जांदा। इस प्रकार बृदत गुर सुंदर सुंदर सर्व शरीर अंग बिलंद बिलोकियत हर गोबिंद मत तीर। ग्रंथाकार भाई संतोख सिंह जी लिखते ने कि इस तरीके दे नाल गुरु सुंदर दा जिहड़ा शरीर है वो हौली हौली वधदा जा रहा है। अंग बहुत वड्डे वड्डे ने बिलंद ने बिलोकियत अंग वड्डे वड्डे देखे जांदे ने। हर गोबिंद मत तीर हर गोबिंद सच्चे पातशाह जिहड़े के मत दे तीर वाले ने वो इस तरीके दे नाल अपनी उमरां नूं वड्डी कर रहे ने। इस जगह दे उत्ते कवि जी अपने इस अध्याय दी समाप्ति करदे ने। दूसरे पासे समा भी समाप्त हो चुका है। कल नूं ग्रंथाकार जी जिस तरीके दे नाल अगले अध्याय दे विच अगली कथा नूं बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अजिन्हियां ही अर्जां करदा होया मैं इत्थे ही कथा नूं विश्राम दे के सारी साध संगत तो खिमा दा जाच। हे अच्युत हे पार ब्रह्म अविनाशी अगनास। हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निदान जाकै सदा विवेक। हे अपरंपर हर हरे है पी हो अनहार। हे संतः कै सदा संग ने धारा आधार। हे ठाकुर हो दास रो मैं निर्गुण गुण नहीं कोय। नानक दीजै नाम दान राखो ही है परोय। जाही कुल ते प्रगट हो ताही कुल को नाम। पुन द्वादश गुरिंड को मेरी है प्रणाम।